ਹਾਂਜੀ ਪਿਆਰੇ ਬੱਚਿਓ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਚੰਡੀਗੜ੍ਹ ਕਲਾਸਿਸ ਦੇ ਉੱਪਰ। ਠੀਕ ਹੈ, ਤੇ ਜਿਹੜਾ ਆਪਾਂ ਹੁਣ ਸ਼ੁਰੂ ਕਰਨ ਜਾ ਰਹੇ ਹਾਂ ਸੀਰੀਜ਼ ਉਹ ਹੈਗੀ ਆ ਜੀ ਪੋਲਿਟੀ ਦੀ। ਠੀਕ ਹੈ, ਤੇ ਪੋਲਿਟੀ ਆਪਾਂ ਬੜੀ ਡੀਪਲੀ ਕਰਨੀ ਹੈ। ਮਾਸਟਰ ਕੇਡਰ, UGC ਨੈਟ ਤੇ ਇਸ ਤੋਂ ਇਲਾਵਾ UPSC ਦੇ ਐਗਜ਼ਾਮ, IAS PCS ਤੋਂ ਪੰਜਾਬ ਐਗਜ਼ਾਮ, ਰੇਲਵੇ ਐਗਜ਼ਾਮ, SSC ਸਾਰਿਆਂ ਦੇ ਲਈ ਇਹ ਜਿਹੜੀ ਪੋਲਿਟੀ ਆ ਬੈਨੀਫਿਸ਼ਰੀ ਰਹਿਣਾ ਜੀ। ਇਹ ਲੈਕਚਰ ਆਪਣੇ ਜਿੰਨੇ ਵੀ ਇਹਦੇ 'ਚ ਲੈਕਚਰ ਬਣਨਗੇ ਤੇ ਬਿਲਕੁਲ ਗ੍ਰਾਸ ਰੂਟ ਤੋਂ ਆਪਾਂ ਬਿਲਕੁਲ ਗ੍ਰਾਸ ਰੂਟ ਤੋਂ ਚੱਕਾਂਗੇ, ਹਿਸਟਰੀ ਤੋਂ ਚੱਕਾਂਗੇ। ਠੀਕ ਹੈ, ਤੇ ਆਪਾਂ ਸ਼ੁਰੂ ਕਰਾਂਗੇ ਕੌਨਸਟੀਟਿਊਸ਼ਨ, ਕਿਉਂਕਿ ਪੋਲਿਟੀ ਦੇ ਵਿੱਚ ਕੌਨਸਟੀਟਿਊਸ਼ਨ ਦਾ ਬਹੁਤ ਵੱਡਾ ਰੋਲ ਹੈ ਜੀ। ਸਾਰੀ ਪੋਲਿਟੀ ਉਹਦੇ ਆਲੇ ਦੁਆਲੇ ਘੁੰਮਦੀ ਹੈ। ਤੇ ਕੌਨਸਟੀਟਿਊਸ਼ਨ ਦੀ ਹਿਸਟਰੀ ਤੋਂ ਸ਼ੁਰੂ ਕਰਦੇ ਹਾਂ। ਆਪਣਾ ਪਹਿਲਾ ਲੈਕਚਰ ਹੈ, ਲਗਭਗ ਇਹ 25 ਤੋਂ 30 ਲੈਕਚਰਾਂ ਦੇ ਵਿੱਚ ਆਪਣੀ ਕਵਰ ਹੋਣੀ ਹੈ, ਜਿੰਨੇ ਕੁ ਟਾਈਮ ਦੇ ਹਿਸਾਬ ਨਾਲ ਬਣੀ ਜਾਣਾ। ਠੀਕ ਹੈ, ਆਓ ਬੱਚਿਓ ਆਪਾਂ ਸ਼ੁਰੂ ਕਰਦੇ ਹਾਂ ਜੀ। ਹਿਸਟੋਰੀਕਲ ਬੈਕਗਰਾਊਂਡ ਆਫ ਇੰਡੀਅਨ ਕੌਨਸਟੀਟਿਊਸ਼ਨ। ਠੀਕ ਹੈ, ਆਪਾਂ ਬਿਲਕੁਲ ਪਿੱਛੇ ਤੋਂ ਸ਼ੁਰੂ ਕਰਦੇ ਹਾਂ। ਦੱਸਦਾ ਮੈਂ ਤੁਹਾਨੂੰ, ਹਾਂਜੀ ਇਹ ਹੈ ਜੀ ਵਰਲਡ ਦਾ ਮੈਪ। ਆ ਰਹਿ ਗਿਆ ਆਪਣਾ ਇੰਡੀਆ। ਇਹ ਇੰਡੀਆ ਨੂੰ ਕਿਸੇ ਟਾਈਮ ਤੇ ਸੋਨੇ ਦੀ ਚਿੜੀ ਕਿਹਾ ਜਾਂਦਾ ਸੀਗਾ। ਠੀਕ ਹੈ, ਇਹ ਬਿਲਕੁਲ ਸੱਚ ਹੈ, ਕੱਲ ਵੀ ਤੇ ਅੱਜ ਵੀ ਸੋਨੇ ਦੀ ਚਿੜੀ ਸੀ, ਕਿਉਂਕਿ ਇਹ ਜੋਗਰਾਫਿਕਲੀ ਜਿਹੜੀ ਲੋਕੇਸ਼ਨ ਦੇ ਉੱਪਰ ਹੈ। ਆਹ ਦੇਖੋ, ਇਹ ਜਿਹੜੀ ਜਾਂਦੀ ਹੈ ਟ੍ਰੋਪਿਕ ਆਫ ਕੈਂਸਰ ਜਾਂਦੀ ਹੈ। ਜੇ ਤੁਸੀਂ ਇਹ ਦੇਖੋਗੇ, ਜਿਹੜਾ ਆਹ ਏਰੀਆ ਇੰਨਾ ਏਰੀਆ ਹੈ, ਇਸ ਜਗ੍ਹਾ ਤੋਂ ਲੈ ਕੇ ਇਸ ਜਗ੍ਹਾ ਤੋਂ ਜਿਹੜਾ ਏਰੀਆ ਹੁੰਦਾ, ਇਹ ਜੋਗਰਾਫਿਕਲੀ ਬਹੁਤ ਇੰਪੋਰਟੈਂਟ ਏਰੀਆ ਹੁੰਦਾ। ਇੱਥੇ ਪ੍ਰੋਡਕਸ਼ਨ ਬਹੁਤ ਹੁੰਦੀ ਆ, ਸਮਝ ਲੱਗੇ, ਕਿਉਂਕਿ ਇੱਥੇ ਹੀਟ ਜ਼ਿਆਦਾ ਹੈ, ਹੀਟ ਜ਼ਿਆਦਾ ਰਹਿੰਦੀ ਹੈ ਸਨ ਦੀ, ਅਤੇ ਪ੍ਰੋਡਕਸ਼ਨ ਵੀ ਜ਼ਿਆਦਾ ਹੁੰਦੀ ਹੈ, ਚਾਹੇ ਉਹ ਐਗਰੀਕਲਚਰ ਦੀ ਹੋਵੇ ਜਾਂ ਰਿਸੋਰਸਾਂ ਦੀ ਹੋਵੇ। ਅਤੇ ਇੰਡੀਆ ਦੇ ਵਿੱਚ ਜਿਹੜੇ ਨੈਚੁਰਲ ਰਿਸੋਰਸ ਨੇ ਉਹ ਵੀ ਬਹੁਤ ਨੇ, ਅਤੇ ਐਗਰੀਕਲਚਰ ਦੇ ਤੌਰ 'ਤੇ ਬਾਰਿਸ਼ ਵਗੈਰਾ ਜਿਹੜੀ ਇਹ ਸਾਰੇ ਏਰੀਏ 'ਤੇ ਹੁੰਦੀ ਹੈ। ਇਸ ਕਰਕੇ ਇਹ ਇੰਡੀਆ ਬਹੁਤ ਹੀ ਇੰਪੋਰਟੈਂਟ ਪਲੇਸ ਰੱਖਦਾ ਹੈ ਜੀ ਵਰਲਡ ਦੇ ਵਿੱਚ। ਤਾਂ ਕਰਕੇ ਇੱਥੇ ਇਹਨੂੰ ਲਾਲਚ ਦੀਆਂ ਨਜ਼ਰਾਂ ਦੇ ਨਾਲ ਦੇਖਿਆ ਜਾਂਦਾ ਰਿਹਾ ਪਹਿਲਾਂ ਵਾਲੇ ਸਮੇਂ ਤੋਂ ਹੀ, ਵੱਖ-ਵੱਖ ਹਮਲਾਵਰਾਂ ਦੁਆਰਾ ਵੀ ਇੱਥੇ ਜਾ ਕੇ ਆਪਾਂ ਬਹੁਤ ਸਾਰਾ ਧਨ ਪ੍ਰਾਪਤ ਕਰ ਸਕਦੇ ਹਾਂ। ਠੀਕ ਹੈ, ਤਾਂ ਇੱਦਾਂ ਕੀ ਹੋਇਆ ਕਿ ਬੇਟੇ ਇਸ ਇੰਡੀਆ ਦੇ ਵਿੱਚ ਨਾ ਪੁਰਾਣੇ ਟਾਈਮਾਂ ਦੀ, ਜਿਹੜੀ ਮੈਂ ਸਦੀ ਦੀ ਗੱਲ ਕਰ ਰਿਹਾ, ਇਹ ਲਗਭਗ 16ਵੀਂ 17ਵੀਂ ਸਦੀ ਚੱਲ ਰਹੀ ਆ, ਉਸ ਟਾਈਮ ਦੀ ਗੱਲ ਕਰ ਰਿਹਾ। 15ਵੀਂ 16ਵੀਂ ਸਦੀ ਤੋਂ ਹੀ ਪਿਛਲੇ ਟਾਈਮ 'ਚ ਕੀ ਹੁੰਦਾ ਸੀ ਕਿ ਇਸ ਜਗ੍ਹਾ ਦੇ ਉੱਪਰ, ਜਿਵੇਂ ਤੁਸੀਂ ਆ ਤਾਮਿਲਨਾਡੂ ਕੇਰਲਾ ਦਾ ਏਰੀਆ ਦੇਖੋਗੇ, ਇੱਥੇ ਬਹੁਤ ਸਾਰੀਆਂ ਨਾ ਸਪੈਸੀਜ਼, ਮਸਾਲੇ ਵਗੈਰਾ, ਠੀਕ ਹੈ, ਬਹੁਤ ਜ਼ਿਆਦਾ ਸੀਗੇ। ਇੰਡੀਆ ਇਸ ਚੀਜ਼ 'ਚ ਪੂਰੇ ਵਰਲਡ 'ਚ ਮਸ਼ਹੂਰ ਸੀ। ਤਾਂ ਜਿਹੜਾ ਇਹ ਵੈਸਟ ਏਸ਼ੀਆ ਆ ਜਾਂਦਾ, ਇਹ ਜਿਹੜੇ ਦੇਸ਼ ਸੀਗੇ ਆਪਣੇ, ਇਹ ਕੀ ਕਰਦੇ ਸੀਗੇ, ਇਸ ਜਗ੍ਹਾ ਤੋਂ ਮਸਾਲੇ ਲੈ ਕੇ ਤੇ ਵਾਪਸ ਯੂਰਪ ਦੇ ਵਿੱਚ ਵੇਚਦੇ ਸੀ। ਆਹ ਯੂਰਪ ਦਾ ਹਿੱਸਾ ਆ ਗਿਆ। ਜਦੋਂ ਯੂਰਪ ਦੇ ਵਿੱਚ ਇਹ ਮਸਾਲੇ ਵਗੈਰਾ ਵੇਚਦੇ ਸੀ ਜਾ ਕੇ, ਤੇ ਉੱਥੇ ਬਹੁਤ ਮਹਿੰਗੇ ਰੇਟ 'ਤੇ ਵੇਚਦੇ ਸੀ। ਤਾਂ ਜਿਹੜੇ ਇੱਥੋਂ ਦੇ ਵਪਾਰੀ ਸੀ, ਸਮਝ ਲੱਗੇ, ਉਹਨਾਂ ਦੇ ਨਾਲ ਵਾਰਤਾਲਾਪ ਹੋਇਆ। ਉਹਨਾਂ ਨੂੰ ਕਹਿੰਦੇ ਵੀ ਤੁਸੀਂ ਇਹ ਜਿਹੜਾ ਚੀਜ਼ ਲੈ ਕੇ ਆਉਣੇ ਹੋ, ਇਹ ਮਸਾਲੇ ਵਗੈਰਾ, ਇਹ ਕਿੱਥੋਂ ਲੈ ਕੇ ਆਉਣੇ ਹੋ ਤੁਸੀਂ? ਤਾਂ ਉਹਨਾਂ ਨਾਲ ਜਦੋਂ ਪਤਾ ਲੱਗਿਆ ਉਹਨਾਂ ਨੂੰ ਵੀ ਕਿ ਇੰਡੀਆ ਨਾਂ ਦਾ ਕੋਈ ਦੇਸ਼ ਹੈ, ਉਸ ਜਗ੍ਹਾ ਤੋਂ ਲਿਆਂਦੇ ਜਾਂਦੇ ਨੇ। ਅਤੇ ਇੱਥੋਂ ਦੇ ਕਿਸੇ ਵੀ ਵਿਅਕਤੀ ਨੂੰ ਨਹੀਂ ਪਤਾ ਸੀ ਵੀ ਇੰਡੀਆ ਦੀ ਪਲੇਸ ਜਾਂ ਜਗ੍ਹਾ ਮੈਪ ਦੇ ਉੱਪਰ ਕਿੱਥੇ ਹੈ। ਤਾਂ ਉਹਨਾਂ ਨੇ ਕਿਹਾ ਕਿ ਆਪਾਂ ਸਿੱਧਾ ਡਾਇਰੈਕਟ ਇੰਡੀਆ ਪਹੁੰਚ ਗਏ। ਠੀਕ ਹੈ, ਤਾਂ ਇੱਕ ਵਿਅਕਤੀ ਸੀਗਾ ਜਿਹੜਾ ਉਹ ਯੂਰਪ ਦੇ ਵਿੱਚੋਂ ਹੀ ਇੱਥੋਂ ਚਲਾ ਗਿਆ ਇੰਡੀਆ ਦੀ ਖੋਜ ਦੇ ਵਿੱਚ। ਠੀਕ ਹੈ, ਉਹ ਗਿਆ ਇੰਡੀਆ ਦੀ ਖੋਜ ਦੇ ਵਿੱਚ ਸੀ, ਤੇ ਪਰ ਪਹੁੰਚਿਆ ਕਿੱਥੇ? ਅਮਰੀਕਾ। ਨਾਮ ਸੀ ਉਹਦਾ ਕੋਲੰਬਸ। ਫਿਰ ਕੁਛ ਟਾਈਮ ਬਾਅਦ ਡੱਚ ਇੱਕ ਵਪਾਰੀ ਸੀ, ਠੀਕ ਹੈ, ਉਹਨੇ ਕੀ ਕੀਤਾ, ਇੰਡੀਆ ਦੀ ਖੋਜ ਦੇ ਲਈ ਨਿਕਲਿਆ। ਉਸ ਨੇ ਆਪਣਾ ਜਿਹੜਾ ਸਮੁੰਦਰੀ ਜਹਾਜ਼ ਸੀ ਇਸ ਤਰੀਕੇ ਨਾਲ ਲਿਆਂਦਾ, ਤੇ ਉਹ ਪਹੁੰਚਿਆ ਕਿੱਥੇ? ਸਾਊਥ ਅਫਰੀਕਾ ਦੇ ਵਿੱਚ। ਹੁਣ ਉਹਨੂੰ ਇੰਡੀਆ ਦਾ ਉਹਨੂੰ ਵੀ ਨਹੀਂ ਪਤਾ ਕਿ ਇੰਡੀਆ ਕਿਸ ਜਗ੍ਹਾ 'ਤੇ। ਠੀਕ ਹੈ, ਸਾਊਥ ਅਫਰੀਕਾ ਪਹੁੰਚਿਆ, ਉੱਥੇ ਜਾ ਕੇ ਉਹਨੇ ਸਟੇ ਕੀਤਾ। ਕੁਦਰਤੀ ਉਹਨੂੰ ਉੱਥੇ ਜਦੋਂ ਉਹਨੇ ਕੁਝ ਸਮਾਂ ਗੁਜ਼ਾਰਿਆ, ਉਹਨੂੰ ਇੱਕ ਇੰਡੀਅਨ ਵਿਅਕਤੀ ਮਿਲਿਆ।
ਤੇ ਜਿਹੜਾ ਉਹ ਇੰਡੀਅਨ ਵਿਅਕਤੀ ਮਿਲਿਆ, ਉਸ ਵਿਅਕਤੀ ਨੇ ਉਹਨੂੰ ਦੱਸਿਆ ਵੀ ਇੰਡੀਆ ਜਿਹੜਾ ਇਸ ਜਗ੍ਹਾ ਤੇ ਪੈਂਦਾ, ਮੈਂ ਉਸ ਜਗ੍ਹਾ ਤੋਂ ਆਇਆ ਹੋਇਆ। ਕਿਉਂਕਿ ਇਹ ਸਾਡੀ ਫਿਤਰਤ ਹੈ ਇੰਡੀਅਨ ਲੋਕਾਂ ਦੀ, ਜੇ ਕੋਈ ਸਾਡੇ ਕੋਲੋਂ ਕਿਸੇ ਦਾ ਐਡਰੈਸ ਵੀ ਪੁੱਛ ਲੇ ਨਾ ਤਾਂ ਅਸੀਂ ਉਹਨੂੰ ਘਰ ਤੱਕ ਛੱਡਣ ਨੂੰ ਉਹਨੂੰ ਕਹਿੰਦੇ ਵੀ ਚਲੋ ਬਿਠਾਓ ਨਾਲ, ਘਰੇ ਛੱਡਣ ਤੱਕ ਜਾਂਦੇ ਆ। ਸੇਮ ਕੰਮ ਹੀ ਇੱਥੋਂ ਕੀਤਾ। ਇੰਡੀਅਨ ਨੇ ਕੀ ਕੀਤਾ, ਉਹਨੂੰ ਸਾਰੀ ਜਗ੍ਹਾ ਦੱਸੀ ਤੇ ਇਸ ਜਗ੍ਹਾ ਤੋਂ ਉਹ ਵਪਾਰੀ ਇੱਥੇ ਪਹੁੰਚਿਆ ਜੀ। ਤਾਂ ਇਸ ਜਗ੍ਹਾ ਤੇ ਜਿਹੜਾ ਇੰਡੀਆ ਦੇ ਵਿੱਚ ਪਹਿਲਾਂ ਪਹੁੰਚਣ ਵਾਲਾ ਯੂਰਪੀਅਨ ਸੀਗਾ ਉਹ ਸੀ ਵਾਸਕੋ ਡੀ ਗਾਮਾ ਜੀ, ਜਿਹਨੇ ਇੰਡੀਆ ਦੀ ਖੋਜ ਕੀਤੀ, ਉਹਨੂੰ ਇੰਡੀਆ ਦਾ ਪਤਾ ਲੱਗਿਆ। ਅਸਲ ਦੇ ਵਿੱਚ ਇਹ ਆਇਆ ਕੀ ਲੈਣ ਸੀਗਾ, ਇਹ ਵਪਾਰ ਕਰਨ ਦੇ ਲਈ ਹੀ ਆਇਆ ਸੀ। ਇਸ ਤਰੀਕੇ ਦੇ ਨਾਲ ਜਿਵੇਂ ਜਿਵੇਂ ਟਾਈਮ ਆਈ ਗਿਆ, ਇਹ ਯੂਰਪ ਦੇ ਚੋਂ ਡੱਚ, ਪੁਰਤਗਾਲੀ, ਹੈ ਨਾ, ਫਿਰ ਡੈਨਿਸ਼, ਠੀਕ ਹੈ, ਤੇ ਫਿਰ ਬ੍ਰਿਟਿਸ਼, ਇੰਗਲੈਂਡ ਦੇ, ਫਿਰ ਫਰੈਂਚ, ਅਲੱਗ-ਅਲੱਗ ਸਾਰੇ ਲੋਕਾਂ ਨੇ ਆਪੋ ਆਪਣੀਆਂ ਕੰਪਨੀਆਂ ਬਣਾ ਕੇ ਇੰਡੀਆ 'ਚ ਸਵਾਰੀ ਕੀਤੀ ਜੀ ਇੰਡੀਆ ਦੀ, ਠੀਕ ਹੈ। ਇੱਥੇ ਵਪਾਰ ਦੇ ਲਈ ਆਏ। ਤਾਂ ਬੇਸਿਕਲੀ ਜਿਹੜੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਸੀ ਉਹ ਵੀ ਵਪਾਰ ਦੇ ਲਈ ਹੀ ਆਈ ਸੀਗੀ, ਠੀਕ ਹੈ। ਲਗਭਗ ਇਹ ਸਾਰੀਆਂ ਕੰਪਨੀਆਂ ਪ੍ਰਾਈਵੇਟ ਸੀ, ਪਰ ਜਿਹੜੀ ਕੰਪਨੀ ਨੈਪੋਲੀਅਨ ਨੇ ਫਰਾਂਸ ਤੋਂ ਭੇਜੀ ਸੀਗੀ, ਇੱਕੋ ਇੱਕ ਕੰਪਨੀ ਉਹ ਸੀਗੀ ਜਿਹੜੀ ਸਰਕਾਰੀ ਸੀਗੀ, ਗੌਰਮੈਂਟ ਦੀ ਆਈ ਵੀ ਸੀ। ਤਾਂ ਜਿਹੜਾ ਇੰਡੀਆ ਤੇ ਮੈਂ ਇੱਕ ਨਾਲ ਤੁਹਾਨੂੰ ਹੋਰ ਦੱਸਦਾ ਵੀ ਜਿਹੜਾ ਇੰਡੀਆ ਤੇ ਇਸ ਜਗ੍ਹਾ ਤੇ ਜਦੋਂ ਪਹੁੰਚੇ ਆ, ਇੰਡੀਆ ਤੇ ਜਿਹੜਾ ਰਾਜ ਕੀਤਾ ਉਹ ਇੱਕ ਪ੍ਰਾਈਵੇਟ ਲੋਕਾਂ ਨੇ ਕੀਤਾ। ਕਾਫੀ ਸਮੇਂ ਤੱਕ ਇੰਡੀਆ ਤੇ ਜਿਹੜਾ ਰਾਜ ਕੀਤਾ ਇਹ ਪ੍ਰਾਈਵੇਟ ਇੱਕ ਕੰਪਨੀ ਸੀਗੀ, ਜਿਹੜੀ ਮੰਨ ਕੇ ਚੱਲੋ ਤੁਸੀਂ ਉਹਨਾਂ ਦੇ ਬੋਰਡ ਆਫ ਡਾਇਰੈਕਟਰ ਬਣੇ ਹੋਏ ਸੀ, 20-50 ਲੋਕ ਜਿੰਨੇ ਵੀ ਸੀਗੇ ਉਹਨਾਂ ਨੇ ਖੜੀ ਕੀਤੀ ਸੀ। ਉਹਨਾਂ ਨੇ ਇੰਡੀਆ ਦੇ ਉੱਪਰ ਪਹਿਲਾਂ ਤਾਂ ਵਪਾਰ ਦੇ ਉਦੇਸ਼ ਨਾਲ ਆਏ, ਬਾਅਦ ਦੇ ਵਿੱਚ ਜਦੋਂ ਉਹਨਾਂ ਨੂੰ ਪਤਾ ਲੱਗਾ ਵਪਾਰ ਕਰਨ ਦੇ ਲਈ ਪੋਲਿਟਿਕਸ ਵੀ ਜ਼ਰੂਰੀ ਹੈ, ਰਾਜਨੀਤੀ 'ਚ ਜਾਣਾ ਪੈਣਾ, ਫਿਰ ਰਾਜਨੀਤੀ ਕੀਤੀ ਤਾਂ ਉਹ ਪ੍ਰਾਈਵੇਟ ਲੋਕਾਂ ਨੇ ਹੀ ਕੀਤੀ ਹੈ ਜੀ। ਹੁਣ ਆਪਾਂ ਇਹ ਤਾਂ ਇੱਕ ਤੁਹਾਨੂੰ ਇੱਕ ਭੂਮਿਕਾ ਸਮਝਾਈ ਹੈ, ਦਿਖਾਈ ਹੈ। ਇਸ ਤੋਂ ਬਾਅਦ ਆਪਾਂ ਕਰਦੇ ਹਾਂ ਆਪਣੇ ਤੇ ਆ ਜਾਂਦੇ ਹਾਂ ਕਿ ਅੰਗਰੇਜ਼ ਆ ਜਿਹੜੇ ਇੱਥੇ ਪਹੁੰਚ ਜਾਂਦੇ ਆ ਜੀ, ਕਿਉਂਕਿ ਇਹ ਹਿਸਟਰੀ ਦਾ ਪਾਰਟ ਹੈ। ਤਾਂ ਹਿਸਟਰੀ ਕੌਨਸਟੀਟਿਊਸ਼ਨ ਦੀ ਕਰਦੇ, ਤਾਂ ਕਰਕੇ ਮੈਂ ਡੀਪਲੀ ਨਹੀਂ ਜਾਵਾਂਗਾ। ਅੰਗਰੇਜ਼ਾਂ ਨੇ ਇੱਥੇ 16ਵੀਂ ਸਦੀ ਦੇ ਵਿੱਚ ਪਹੁੰਚ ਜਾਂਦੇ ਆ ਜੀ, 1600 ਦੇ ਕਰੀਬ ਅੰਗਰੇਜ਼ ਇੱਥੋਂ ਪਹੁੰਚ ਜਾਂਦੇ ਆ। ਅੱਗੇ ਮੈਂ ਤੁਹਾਨੂੰ ਦੱਸਦਾ। ਹਾਂਜੀ ਹਾਂਜੀ, ਬ੍ਰਿਟਿਸ਼ ਆ ਜਿਹੜੇ ਇੰਡੀਆ ਦੇ ਵਿੱਚ 1600 ਈਸਵੀ ਦੇ ਵਿੱਚ ਆਏ। ਈਸਟ ਇੰਡੀਆ ਟ੍ਰੇਡਿੰਗ ਕੰਪਨੀ ਨਾਮ ਰੱਖਿਆ ਗਿਆ ਜੀ, ਈਸਟ ਇੰਡੀਆ ਟ੍ਰੇਡਿੰਗ ਕੰਪਨੀ, ਕਿਉਂਕਿ ਇੰਡੀਆ ਜਿਹੜਾ ਵਰਲਡ ਦੇ ਵਿੱਚ ਈਸਟ ਵਾਲੀ ਸਾਈਡ ਤੇ ਪੈਂਦਾ, ਟ੍ਰੇਡ ਕਰਨ ਦੇ ਲਈ ਆਏ ਸੀਗੇ, ਉਹ ਕੰਪਨੀ ਦਾ ਨਾਮ ਰੱਖਿਆ ਗਿਆ। ਸਮਝ ਲੱਗੇ? ਉਹਨਾਂ ਨੇ ਮਹਾਰਾਣੀ ਤੋਂ ਮਨਜ਼ੂਰੀ ਲੈ ਲਈ ਸੀਗੀ। ਬਾਕੀ ਇਹ ਸਾਰਾ ਕੁਛ ਹਿਸਟਰੀ ਦੇ ਵਿੱਚ ਕਰਵਾਉਣਾ ਆਪਾਂ, ਇਹ ਪੋਲਿਟੀ ਦਾ ਹਿੱਸਾ ਨਹੀਂ, ਬਸ ਪੋਲਿਟੀ ਦੇ ਲਈ ਜਿੰਨਾ ਕੁ ਜ਼ਰੂਰ ਸੀ ਮੈਂ ਤੁਹਾਨੂੰ ਦੱਸਤਾ। 1765 ਦੇ ਵਿੱਚ ਸਮਾਂ ਆ ਗਿਆ, ਕਿਉਂਕਿ ਉਹਨਾਂ ਨੇ ਪਹਿਲਾਂ ਸੂਰਤ ਦੇ ਵਿੱਚ ਲਾਈ। ਲਗਭਗ ਉਹਨਾਂ ਨੂੰ ਇਸ ਸਮੇਂ ਤੋਂ ਲੈ ਕੇ ਇੱਥੋਂ ਤੱਕ ਪਹੁੰਚਣ ਤੇ ਕਾਫੀ ਸੰਘਰਸ਼ ਕੀਤਾ, ਪਰ ਇਸ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਕੀਤਾ ਵਪਾਰ ਹੀ ਕੀਤਾ, ਹੈ ਨਾ। ਜਹਾਂਗੀਰ ਤੋਂ ਫਰਮਾਨ ਜਾਰੀ ਕਰਵਾ ਲਿਆ, ਹੈ ਨਾ। ਅਲੱਗ-ਅਲੱਗ ਜਿਵੇਂ ਮਹਾਰਾਜੇ ਆਪਣਾ ਰਾਜੇ ਬਣੇ ਨੇ, ਹੈ ਨਾ, ਦਿੱਲੀ ਦੇ, ਉਹਨਾਂ ਤੋਂ ਉਹ ਮਨਜ਼ੂਰੀ ਲੈਂਦੇ ਰਹੇ। ਪਰ 1765 ਦੇ ਵਿੱਚ ਕੀ ਹੋਇਆ ਕਿ ਈਸਟ ਇੰਡੀਆ ਕੰਪਨੀ ਨੇ ਦੀਵਾਨੀ ਦਾ ਰਾਈਟਸ ਲੈ ਲਿਆ। ਮਤਲਬ ਦੀਵਾਨੀ ਦਾ ਰਾਈਟਸ ਆ ਕਿ ਇਸ ਜਗ੍ਹਾ ਦੇ ਉੱਪਰ ਲੜਾਈ ਹੋਈ, ਠੀਕ ਹੈ, ਬੰਗਾਲ ਦੇ ਵਿੱਚ ਲੜਾਈ ਹੋਈ ਜਿਹਦੇ 'ਚ ਅੰਗਰੇਜ਼ ਜੇਤੂ ਰਹੇ, ਤੇ ਉਹਨਾਂ ਨੇ ਕੀ ਕੀਤਾ, ਅਧਿਕਾਰ ਲੈ ਲਿਆ ਦੀਵਾਨੀ ਦਾ ਜੀ, ਠੀਕ ਹੈ। ਤੇ ਦੀਵਾਨੀ ਦਾ ਅਧਿਕਾਰ ਲੈਣ ਤੋਂ ਬਾਅਦ ਫਿਰ ਬਕਸਰ ਦੀ ਲੜਾਈ ਹੋਈ। ਸਮਝ ਲੱਗੇ? ਬਕਸਰ ਦੀ ਲੜਾਈ ਹੋਈ, ਉਹਦੇ ਵਿੱਚ ਉਹਨਾਂ ਨੂੰ ਸਾਰੇ ਰਾਈਟਸ ਮਿਲ ਗਏ ਨੇ ਤੇ ਬੰਗਾਲ ਦੇ ਉੱਤੇ ਉਹਨਾਂ ਨੇ ਕਬਜ਼ਾ ਕਰ ਲਿਆ। ਕਬਜ਼ਾ ਕਰਨ ਤੋਂ ਬਾਅਦ ਕੀ ਹੋਇਆ ਕਿ ਜਦੋਂ ਜਿਹੜੀ ਪਾਵਰ ਹੈ, ਪਾਵਰ ਕਿਸੇ ਕੋਲ ਆ ਜਾਂਦੀ ਹੈ ਤਾਂ ਉਹਨੂੰ ਪਾਵਰ ਨੂੰ ਹਜਮ ਕਰਨਾ ਬਹੁਤ ਔਖਾ ਹੁੰਦਾ, ਕਿਉਂਕਿ ਕੰਪਨੀ ਦੇ ਜਿਹੜੇ ਇੰਪਲਾਈ ਸੀਗੇ, ਜਿਹੜੇ ਇੰਗਲੈਂਡ ਤੋਂ ਆਏ ਸੀਗੇ, ਉਹ ਲੋਕਾਂ ਕੋਲੇ ਜਦੋਂ ਪਾਵਰ ਆਈ ਛੋਟੇ ਲੈਵਲ ਤੇ, ਉਹਨਾਂ ਨੇ ਕਰਪਸ਼ਨ ਬਹੁਤ ਸ਼ੁਰੂ ਕਰਤੀ। ਤਾਂ ਆਪਣੇ ਲੈਵਲ ਤੇ ਉਹ ਇੰਨੇ ਲੋਕਾਂ ਤੋਂ ਗਿਫਟ ਲੈਣ ਲੱਗ ਗਏ, ਕਰਪਸ਼ਨ ਕਰਤੀ। ਕੰਪਨੀ ਦਾ ਜਿਹੜਾ ਮਾਲ ਸੀ ਉਹ 2 ਨੰਬਰ 'ਚ ਵੇਚਣਾ ਸ਼ੁਰੂ ਕਰਤਾ, ਜਿਵੇਂ ਇੰਡੀਆ 'ਚ ਅੱਜ ਹੋ ਰਿਹਾ। ਉਹ ਇਸ ਟਾਈਮ ਤੇ ਇੰਡੀਆ ਦੇ ਵਿੱਚ ਅੰਗਰੇਜ਼ ਲੋਕ ਕਰ ਰਹੇ ਸੀਗੇ ਕਰਪਸ਼ਨ। ਤਾਂ ਇਹਦੇ ਨਾਲ ਕੀ ਹੋਇਆ ਕਿ ਈਸਟ ਇੰਡੀਆ ਕੰਪਨੀ ਆ ਜਿਹੜੀ, ਇਹ ਘਾਟੇ 'ਚ ਚਲੀ ਗਈ। ਇਹ ਜਦੋਂ ਘਾਟੇ ਦੇ ਵਿੱਚ ਚਲੀ ਗਈ, ਘਾਟੇ 'ਚ ਜਾਣ ਦੇ ਕਾਰਨ ਕੰਪਨੀ ਦਾ ਦਿਵਾਲਾ ਨਿਕਲਣ ਦੀ ਸੂਰਤ ਤੇ ਆ ਗਿਆ। ਤਾਂ ਇਹਨਾਂ ਨੇ ਕੀ ਕੀਤਾ, ਜਿਹੜੇ ਇਹ ਕੰਪਨੀ ਦੇ ਡਾਇਰੈਕਟਰ ਸੀ, ਇਹਨਾਂ ਨੇ ਮਹਾਰਾਣੀ ਕੋਲੋਂ, ਇੰਗਲੈਂਡ ਦੀ ਮਹਾਰਾਣੀ ਕੋਲੋਂ ਮੰਗ ਕੀਤੀ ਕਿ ਸਾਨੂੰ ਕੁਝ ਲੋਨ ਜਾਂ ਕਰਜ਼ ਦਿੱਤਾ ਜਾਵੇ, ਠੀਕ ਹੈ। ਇਹ ਤੋਂ ਪਹਿਲਾਂ ਤਾਂ ਪ੍ਰਾਈਵੇਟ ਲੋਕ ਸੀ, ਇੱਕ ਪ੍ਰਾਈਵੇਟ ਕੰਪਨੀ ਸੀ। ਤਾਂ ਮਹਾਰਾਣੀ ਨੇ ਕੀ ਕਿਹਾ, ਆਪਣੇ ਕੈਬਨਿਟ ਨਾਲ
ਵਿਚਾਰ ਵਟਾਂਦਰਾ ਕਰਕੇ ਕਿਹਾ ਕਿ ਤੁਹਾਨੂੰ ਲੋਨ ਤਾਂ ਦੇ ਦੂਗਾ, ਹੈ ਨਾ, ਕਰਾਊਨ ਦੁਆਰਾ ਲੋਨ ਮੈਂ ਤੁਹਾਨੂੰ ਦਵਾ ਦਿੰਨੀ ਆ, ਕਰਾਊਨ ਲੋਨ ਦੇ ਦੂਗਾ, ਪਰ ਤੁਹਾਨੂੰ ਕੁਝ ਚੀਜ਼ਾਂ ਨੇ ਜਿਹੜੀਆਂ ਸਾਡੀਆਂ ਸ਼ਰਤਾਂ ਨੇ ਉਹ ਮੰਨਣੀਆਂ ਪੈਣੀਆਂ ਨੇ। ਤਾਂ ਉਹ ਜਿਹੜੀਆਂ ਸ਼ਰਤਾਂ ਸੀਗੀਆਂ ਲੋਨ ਦੇਣ ਦੇ ਲਈ ਕੰਪਨੀ ਨੂੰ ਜਿਹੜੀਆਂ ਮਨਾਈਆਂ ਗਈਆਂ ਸੀ ਉਹ ਸ਼ਰਤਾਂ, ਉਹਨਾਂ ਸ਼ਰਤਾਂ ਨੂੰ ਪਹਿਲੀ ਵਾਰ ਕੀ ਬੋਲਿਆ ਗਿਆ, ਰੈਗੂਲੇਟਿੰਗ ਐਕਟ। ਉਹ ਕਹਿੰਦੇ ਵੀ ਜਿਹੜਾ ਤੁਹਾਡਾ ਚੱਲਣ ਦਾ ਤਰੀਕਾ, ਕਰਾਊਨ ਕੀ ਕਹਿੰਦਾ, ਕਰਾਊਨ ਉੱਥੋਂ ਦੀ ਲੋਅਰ ਹਾਊਸ ਅੱਪਰ ਹਾਊਸ ਤੇ ਮਹਾਰਾਣੀ ਨੂੰ ਮਿਲਾ ਕੇ ਜਿਹੜਾ ਬਣਾਇਆ ਗਿਆ, ਜਿਵੇਂ ਸਾਡੇ ਪਾਰਲੀਮੈਂਟ ਆ ਉਹਨੂੰ ਕਰਾਊਨ ਬੋਲਦੇ ਆ, ਉਹਨਾਂ ਨੇ ਕਿਹਾ ਵੀ ਤੁਹਾਨੂੰ ਅਸੀਂ ਲੋਨ ਦੇ ਦਾਂਗੇ ਪਰ ਕੁਝ ਸਾਡੀਆਂ ਸ਼ਰਤਾਂ ਦੇ ਮੁਤਾਬਕ ਚੱਲਣਾ ਪੈਣਾ, ਜਿਹਨੂੰ ਕਿ ਰੈਗੂਲੇਟਿੰਗ ਐਕਟ ਬੋਲਿਆ ਗਿਆ। ਇੰਡੀਆ ਦੀ ਧਰਤੀ ਤੇ ਇਹ ਪਹਿਲਾ ਫਰਮਾਨ ਸੀ, ਜਾਂ ਇਹ ਸਮਝ ਲਓ ਕਿ ਇਹ ਪਹਿਲਾ ਸਭ ਤੋਂ ਪਹਿਲਾ ਐਕਟ ਸੀਗਾ ਜਿਹੜਾ ਇੰਡੀਆ ਤੇ ਆਇਆ। ਇਹ ਕੌਨਸਟੀਟਿਊਸ਼ਨ ਦੀ ਜੜ ਹੈ ਜੀ, ਬੀਜ ਹੈ। ਇਹ ਕੌਨਸਟੀਟਿਊਸ਼ਨ ਦਾ, ਇੰਡੀਆ ਦੇ ਕੌਨਸਟੀਟਿਊਸ਼ਨ ਦਾ ਬੀਜ ਸੀਗਾ ਰੈਗੂਲੇਟਿੰਗ ਐਕਟ। ਉਹਦੇ ਵਿੱਚ ਇਹ ਕਿਹਾ ਗਿਆ ਕਿ ਤੁਹਾਨੂੰ ਕੰਪਨੀ ਨੂੰ ਚਲਾਉਣਾ ਨਹੀਂ ਆਉਂਦਾ, ਗਲਤ ਤਰੀਕੇ ਨਾਲ ਚਲਾ ਰਹੇ ਹੋ, ਜਿਹਦੇ ਨਾਲ ਇੰਗਲੈਂਡ ਦੀ ਜਿਹੜੀ ਸੰਪਤੀ ਵੀ ਵੇਸਟ ਹੋ ਰਹੀ ਆ ਤੇ ਜਿਹੜੀ ਪਾਵਰ ਹੈ, ਮੈਨ ਪਾਵਰ ਆ, ਉਹਦਾ ਵੀ ਮਿਸਯੂਜ਼ ਹੋ ਰਿਹਾ। ਤਾਂ ਤੁਹਾਨੂੰ ਸਾਡੇ ਰੂਲ ਰੈਗੂਲੇਸ਼ਨ ਦੇ ਅੰਦਰ ਚੱਲਣਾ ਪੈਣਾ। ਤੁਸੀਂ ਬਾਕੀ ਆਪਣੇ ਡਿਸੀਜਨਾਂ ਲਈ ਫਰੀ ਹੋ, ਪਰ ਕੁਝ ਕੁ ਜਿਹੜੀਆਂ ਸ਼ਰਤਾਂ ਰੱਖੀਆਂ ਗਈਆਂ ਉਹਦੇ ਚੋਂ ਇੰਪੋਰਟੈਂਟ ਜਿਹੜੀਆਂ ਸੀਗੀਆਂ ਉਹ ਤੁਹਾਨੂੰ ਮੈਂ ਦੱਸ ਰਿਹਾ, ਠੀਕ ਹੈ। ਰੈਗੂਲੇਟਿੰਗ ਐਕਟ 1773 ਜੀ। This was the first step taken by British government to control and regulate the affair of East India Company। ਹਾਂਜੀ, ਇਹਦੇ ਫੀਚਰ ਯਾਦ ਕਰੋ। ਪਹਿਲਾ ਕੀ ਸੀਗਾ, ਇਹਦੇ ਜਿਹੜੇ ਫੀਚਰ ਆਏ ਨੇ, ਪਹਿਲਾ ਸੀ ਗਵਰਨਰ ਜਨਰਲ ਆਫ ਬੰਗਾਲ। ਗਵਰਨਰ ਜਨਰਲ ਆਫ ਬੰਗਾਲ। ਇਸ ਤੋਂ ਪਹਿਲਾਂ ਜਿਹੜਾ ਮੇਨ ਉਹਨਾਂ ਦਾ ਅਫਸਰ ਸੀਗਾ, ਜਿਹੜਾ ਹੈੱਡ ਸੀਗਾ ਇੰਡੀਆ ਦੇ ਵਿੱਚ, ਉਹ ਗਵਰਨਰ ਆਫ ਬੰਗਾਲ ਸੀਗਾ, ਪਰ ਹੁਣ ਉਹਦਾ ਨਾਂ ਬਦਲ ਕੇ ਗਵਰਨਰ ਜਨਰਲ ਆਫ ਬੰਗਾਲ ਧਰਤਾ, ਕਿਉਂਕਿ ਇੱਕ ਤਾਂ ਉਹਦੀ ਪਾਵਰ ਵਧਾ ਦਿੱਤੀ ਗਈ, ਇੱਕ ਉਹਦਾ ਦਾਇਰਾ ਵੀ ਵੱਧ ਗਿਆ। ਸਮਝ ਲੱਗੇ, ਪਹਿਲਾਂ ਥੋੜੇ ਏਰੀਏ ਤੇ ਕਬਜ਼ਾ ਸੀ, ਹੁਣ ਕਬਜ਼ਾ ਉਹਦਾ ਵੱਧ ਗਿਆ, ਗਵਰਨਰ ਆਫ ਬੰਗਾਲ। ਤੇ ਐਗਜ਼ੀਕਿਊਟਿਵ ਕਾਉਂਸਲ ਬਣਾਤੀ 4 ਮੈਂਬਰਾਂ ਦੀ, 4 ਮੈਂਬਰਸ ਦੀ ਕੀ ਬਣਾਤੀ, ਐਗਜ਼ੀਕਿਊਟਿਵ ਕਾਉਂਸਲ ਬਣਾਤੀ 4 ਮੈਂਬਰ ਕੀ, ਠੀਕ ਹੈ। ਇਹ ਐਗਜ਼ੀਕਿਊਟਿਵ ਕੀ ਹੁੰਦਾ, ਸਰਕਾਰ ਹੁੰਦੀ ਹੈ ਜਿਹਦੇ ਕੋਲ ਡਿਸੀਜਨ ਮੇਕਿੰਗ ਪਾਵਰ ਹੁੰਦੀ ਹੈ ਨਾ, ਕਾਰਜਪਾਲਿਕਾ। ਪਹਿਲਾ ਜਿਹੜਾ ਗਵਰਨਰ ਜਨਰਲ ਆਫ ਬੰਗਾਲ ਬਣਿਆ, ਇਹ ਕੁਐਸਚਨ ਵੀ ਪੁੱਛ ਕੇ ਆਉਂਦਾ ਪੇਪਰ 'ਚ, ਵਾਰਨ ਹਾਸਟਿੰਗ ਜੀ। ਵਾਰਨ ਹਾਸਟਿੰਗ ਫਸਟ ਗਵਰਨਰ ਜਨਰਲ ਆਫ ਬੰਗਾਲ ਸੀਗਾ ਜੀ, ਠੀਕ ਹੈ। ਗਵਰਨਰਸ ਆਫ ਬੰਬੇ ਐਂਡ ਮਦਰਾਸ ਪ੍ਰੈਜ਼ੀਡੈਂਸੀ सबॉर्डिनेट टू गवर्नर जनरल ऑफ बंगाल। पहले क्या था कि इंडिया में 3 प्रेसिडेंसी बनाई गई थी, स्टेट राज, ठीक है। एक तो था बम्बे, जिसमें आज गुजरात और बम्बे का सारा एरिया आता है। दूसरा मद्रास, आंध्र प्रदेश वाला एरिया आ गया सारा। तो तीसरा जिहड़ा सीगा उसी बंगाल। इन्हां दे अलग-अलग गवर्नर लगे हुए सी ते जिहड़े सिद्धे कंपनी दे डायरैक्टरां नूं जवाबदेह सी। पर हुण की कीता कि जिहड़ा गवर्नर जनरल बंगाल बनाया, ठीक है, इहनूं मेन बनाता, मेन गवर्नर जनरल इंडिया का सारी पावर है इहदे हत्थ च देती, ते बंबे का गवर्नर ते मद्रास का गवर्नर ये इहदे अधीन करते, ठीक है जी। उस तो बाद आ गया सुप्रीम कोर्ट एट कलकत्ता। 1774 दे विच इंडिया दे विच जे पुछा जाए तो सब तो पहला सुप्रीम कोर्ट कदों आई, तो इंडिया दे विच जिहड़ी सुप्रीम कोर्ट बनी है सब तो पहला कलकत्ता दे विच 1774 दे अंदर कलकत्ते में बनी थी सुप्रीम कोर्ट। और इहदे विच की सीगा कि चीफ जस्टिस, एक तो चीफ जस्टिस सीगा जिवें हुण चीफ जस्टिस ऑफ इंडिया भी, मतलब मेन मुख जज सीगा, न्यायाधीश सी भारत दा, ते 3 होर जज सीगे जी। समझ लगे गल, ये भी इंपॉर्टेंट है पेपर के पॉइंट ऑफ व्यू तो। एंड कोर्ट ऑफ डायरैक्टर टू रिपोर्ट ऑन द रेवन्यू, सिविल मिलिटरी एंड अफेयर इन इंडिया। हुण जिहड़ा कोर्ट ऑफ डायरैक्टर सी, जिन्ने भी डायरैक्टर सीगे, ठीक है, भी जिन्हां ने मिल के शेयर ला के पैसा ला के कंपनी खड़ी करी सीगी, तां कोर्ट ऑफ डायरैक्टर सीगे, ये रिपोर्ट देणगे सिविल मिलिटरी अफेयर दे विच, इंडिया दे विच भी सिविल की चल रहा, मिलिटरी दे विच की चल रहा, रेवन्यू च की चल रहा, ये एक रिपोर्ट तैयार करके मतलब सौंपणगे महाराजनी नूं, तां कि
ਕੰਪਨੀ ਦਾ ਦਿਵਾਲਾ ਨਾ ਨਿਕਲ ਸਕੇ, ਕਿਉਂਕਿ ਉਹਨਾਂ ਨੇ ਲੋਨ ਦਿੱਤਾ ਸੀਗਾ, ਕਰਜ਼ਾ ਦਿੱਤਾ ਹੋਇਆ ਸੀਗਾ, ਸਮਝ ਲੱਗੇ। ਤੇ ਮਿਲਟਰੀ ਅਫੇਅਰ ਦੇ ਵਿੱਚ ਇਸ ਕਰਕੇ ਉਹਨਾਂ ਨੇ ਰਿਪੋਰਟ ਮੰਗੀ ਸੀ ਕਿ ਜਿਹੜੇ ਜਿੰਨੇ ਵੀ ਸਿਪਾਹੀ ਸੀ, ਮੇਨ ਅਫਸਰ ਸੀ, ਉਹ ਸਾਰੇ ਇੰਗਲੈਂਡ ਦੇ ਸਿਟੀਜ਼ਨ ਸੀ, ਤੇ ਹਰੇਕ ਦੇਸ਼ ਦਾ ਜਿਹੜਾ ਹੈੱਡ ਹੁੰਦਾ ਉਹ ਆਪਣੇ ਸਿਟੀਜ਼ਨਾਂ ਦੀ ਕੇਅਰ ਕਰਦਾ ਹੁੰਦਾ ਵੀ ਉਹਦਾ ਕੋਈ ਨੁਕਸਾਨ ਨਾ ਹੋਵੇ। ਨੈਕਸਟ ਹੈ ਜੀ, ਅਗਲਾ ਆ ਜਾਂਦਾ ਆਪਣੇ ਕੋਲੇ ਪਿਟਸ ਇੰਡੀਆ ਐਕਟ ਆਫ 1784, ਮਤਲਬ 1784 ਦਾ ਪਿਟਸ ਇੰਡੀਆ ਐਕਟ ਜੀ, ਠੀਕ ਹੈ। ਇਹਦੇ ਵਿੱਚ ਕੀ ਹੈ, ਇਸ ਤੋਂ ਸੰਨ ਦੇ ਵਿੱਚ ਇੱਕ 1781 ਦੇ ਵਿੱਚ ਵੀ ਸੈਟਲਮੈਂਟ ਐਕਟ ਆਇਆ ਸੀਗਾ 1781 ਚ, ਜਿਹੜੀਆਂ ਤਰੁੱਟੀਆਂ ਜਾਂ ਵੀਕਨੈਸ ਜਾਂ ਕਮੀਆਂ ਪੇਸ਼ੀਆਂ ਰਹਿ ਗਈਆਂ ਸੀਗੀਆਂ ਰੈਗੂਲੇਟਿੰਗ ਐਕਟ ਦੇ ਵਿੱਚ, ਉਹਨਾਂ ਨੂੰ ਦੂਰ ਕਰਨ ਦੇ ਲਈ ਉਹ ਐਕਟ ਲਿਆਂਦਾ ਗਿਆ ਸੀਗਾ, ਠੀਕ ਆ। ਬਸ ਉਹ ਇੱਕ ਦੋ ਚੀਜ਼ਾਂ ਹੀ ਨੇ ਉਹਦੇ ਵਿੱਚ। ਤੇ ਅਗਲਾ ਜਿਹੜਾ ਐਕਟ ਮੇਨ ਆਇਆ ਸੀ ਪਿਟਸ ਇੰਡੀਆ ਐਕਟ 1784 ਆਇਆ ਸੀ। ਇਹਦੇ ਵਿੱਚ ਕੀ ਸੀਗਾ, ਜਿਹੜੀ ਮੇਨ ਚੀਜ਼ ਹੈ ਇਹਦੇ ਵਿੱਚ, ਇੱਕ ਤਾਂ ਕੋਰਟ ਆਫ ਡਾਇਰੈਕਟਰ ਸੀਗੇ। ਕੋਰਟ ਆਫ ਡਾਇਰੈਕਟਰ ਕੀ ਸੀ, ਜਿਨ੍ਹਾਂ ਕੋਲੇ ਮੇਨ ਪਾਵਰ ਸੀ, ਜਿਨ੍ਹਾਂ ਨੇ ਪੈਸਾ, ਹਾਂਜੀ, ਜਿਨ੍ਹਾਂ ਨੇ ਪੈਸਾ ਖਰਚ ਕੀਤਾ ਸੀਗਾ ਕੰਪਨੀ ਤੇ। ਕੋਰਟ ਆਫ ਡਾਇਰੈਕਟਰ ਨੂੰ ਕਮਰਸ਼ੀਅਲ ਅਫੇਅਰ ਦੇਤਾ ਸੀ। ਕਮਰਸ਼ੀਅਲ ਅਫੇਅਰ ਕਿਹਦੇ ਕੋਲ ਸੀ, ਕੋਰਟ ਆਫ ਡਾਇਰੈਕਟਰ ਦੇ ਕੋਲ। ਮਤਲਬ ਉਹਨਾਂ ਨੂੰ ਕੀ ਸੀਗਾ ਵੀ ਕੰਪਨੀ ਦਾ ਜਿਹੜਾ ਘਾਟਾ ਸੀ, ਵਪਾਰ ਸੀਗਾ, ਜਿੰਨਾ ਵੀ ਪੈਸੇ ਦਾ ਕੰਮ ਸੀਗਾ, ਲੈਣ ਦੇਣ ਸੀ, ਵਪਾਰ ਸੀ, ਉਹ ਕਿਹਦੇ ਹੱਥ 'ਚ ਸੀ, ਕੋਰਟ ਆਫ ਡਾਇਰੈਕਟਰ ਦੇ, ਠੀਕ ਹੈ। ਤੇ ਇੱਕ ਉਹਨਾਂ ਨੇ ਨਵੀਂ ਚੀਜ਼ ਬਣਾਈ ਸੀਗੀ ਜਿਹਨੂੰ ਕਹਿੰਦੇ ਸੀ ਬੋਰਡ ਆਫ ਕੰਟਰੋਲ। ਬੋਰਡ ਆਫ ਕੰਟਰੋਲ, ਬੋਰਡ ਆਫ ਕੰਟਰੋਲ ਜਿਹੜਾ ਸੀਗਾ ਇਹ ਬਣਾਇਆ ਗਿਆ ਸੀਗਾ ਇੰਗਲੈਂਡ ਦੇ ਕਰਾਊਨ ਨੇ ਰਿਕਮੈਂਡ ਕੀਤਾ ਸੀਗਾ ਇਹਨੂੰ ਬਣਾਉਣ ਦੇ ਲਈ। ਇਹ ਬਣਾਇਆ ਗਿਆ। ਇਹ ਕੀ ਕੰਮ ਕਰਦਾ ਸੀ, ਇਹ ਪੋਲੀਟੀਕਲ ਅਫੇਅਰ ਵੇਖਦਾ ਸੀਗਾ, ਕਿਉਂਕਿ ਇੱਕ ਵਿਅਕਤੀ ਨੂੰ, ਇੱਕ ਥੋੜ੍ਹੇ ਜਗ੍ਹਾ ਦੇ ਲੋਕਾਂ ਨੂੰ ਇੱਕੋ ਹੀ ਕੰਮ ਦੇ ਵਿੱਚ ਤਾਂ ਉਹ ਫਿਰ ਰਿਸਪੌਂਸੀਬਿਲਟੀ ਘੱਟ ਜਾਂਦੀ ਆ, ਆਊਟਪੁੱਟ ਵੀ ਘੱਟ ਜਾਂਦੀ ਆ। ਤਾਂ ਉਹਨਾਂ ਨੇ ਪੋਲੀਟੀਕਲ ਜਿਹੜੀਆਂ ਲੜਾਈਆਂ ਕਰਨੀਆਂ ਸੀ, ਕਿਉਂਕਿ ਹੁਣ ਇਹ ਟਾਈਮ ਸੀਗਾ ਇੰਡੀਅਨ ਦੇ ਨਾਲ ਬਹੁਤ ਸਾਰੇ ਰਾਜੇ ਸੀ ਇੰਡੀਆ ਦੇ ਵਿੱਚ, ਜਿਨ੍ਹਾਂ ਦੇ ਨਾਲ ਈਸਟ ਇੰਡੀਆ ਕੰਪਨੀ ਦਾ ਯੁੱਧ ਹੋਣਾ ਤੈਅ ਸੀਗਾ, ਵਾਰ ਹੋਣੀ ਸੀ, ਲੜਾਈਆਂ ਚੱਲ ਰਹੀਆਂ ਸੀਗੀਆਂ। ਤਾਂ ਇਹ ਨਾਲ ਲੜਾਈਆਂ ਕਰਨੀਆਂ, ਤਾਂ ਉਹੀ ਬੰਦਾ ਨਾਲ ਪੈਸੇ ਧੇਲੇ ਨੂੰ ਦੇਖ ਸਕੇ, ਵਪਾਰ ਕਰੇ, ਇਹ ਪੋਸੀਬਲ ਨਹੀਂ ਸੀਗਾ। ਤਾਂ ਉਹਨਾਂ ਨੇ ਵਪਾਰ ਦੀ ਜ਼ਿੰਮੇਵਾਰੀ ਕੋਰਟ ਆਫ ਡਾਇਰੈਕਟਰ ਨੂੰ ਦੇਤੀ, ਤੇ ਬੋਰਡ ਆਫ ਕੰਟਰੋਲ ਨੂੰ ਕੀ ਦੇਤਾ, ਪੋਲੀਟੀਕਲ ਅਫੇਅਰ ਦੇਖਣ ਵਾਸਤੇ। ਅੱਛਾ, ਇੱਕ ਕੁਐਸਚਨ ਆਉਂਦਾ ਵੀ ਡਿਊਲ ਗਵਰਨਮੈਂਟ ਇੰਡੀਆ 'ਚ ਕਦੋਂ ਆਈ? ਤਾਂ ਡਿਊਲ ਗਵਰਨਮੈਂਟ ਜਿਹੜੀ ਆਈ ਸੀਗੀ, ਇਹ ਆਈ ਸੀਗੀ ਪਿਟਸ ਇੰਡੀਆ ਐਕਟ ਦੇ ਵਿੱਚ। ਡਬਲ ਗਵਰਨਮੈਂਟ ਕਹਿਣ ਤੋਂ ਭਾਵ, ਤਾਂ ਪਿਟਸ ਇੰਡੀਆ 1784 ਦੇ ਵਿੱਚ ਆਈ ਸੀਗੀ ਜੀ, ਠੀਕ ਹੈ। ਬੰਗਾਲ ਦੇ ਵਿੱਚ ਇੰਪਲੀਮੈਂਟ ਕੀਤਾ ਗਿਆ ਸੀ। ਫਸਟ ਟਾਈਮ ਕੋ ਬ੍ਰਿਟਿਸ਼ ਪੋਸੈਸ਼ਨ ਬੁਲਾਇਆ ਗਿਆ ਜੀ ਇਹਨੂੰ। ਪਹਿਲੀ ਵਾਰ ਇਹ ਜਿਹੜੀ ਕੰਪਨੀ 200 ਸਾਲ ਤੋਂ ਲਗਭਗ ਹੋ ਚੁੱਕੇ ਸੀਗੇ ਇਹਨੂੰ ਆਈ ਨੂੰ, ਤੇ 200 ਸਾਲਾਂ ਦੇ ਵਿੱਚ ਇਹਨੂੰ ਪਹਿਲੀ ਵਾਰ ਬ੍ਰਿਟਿਸ਼, ਮਤਲਬ ਬ੍ਰਿਟਿਸ਼ ਅੰਗਰੇਜ਼ ਲੋਕਾਂ ਦਾ ਜਾਂ ਅੰਗਰੇਜ਼ ਸਰਕਾਰ ਦਾ ਜਾਂ ਬ੍ਰਿਟਿਸ਼ ਲੋਕਾਂ ਦਾ ਪੋਸੈਸ਼ਨ, ਜਿਨ੍ਹਾਂ ਤੇ ਉਹਨਾਂ ਦਾ ਕੰਟਰੋਲ ਆ ਜਾਂ ਕਬਜ਼ਾ ਹੈ, ਉਹ ਏਰੀਆ ਬੁਲਾਇਆ ਗਿਆ ਇੰਡੀਆ ਨੂੰ ਜੀ, ਠੀਕ। ਅੱਗੇ ਆਪਣੇ ਕੋਲੇ ਆ ਜਾਂਦਾ ਚਾਰਟਰ ਐਕਟ। ਹੁਣ ਇੱਕ ਨਵਾਂ ਦੌਰ ਸ਼ੁਰੂ ਹੋ ਗਿਆ ਚਾਰਟਰ ਐਕਟ ਦਾ ਜੀ, ਠੀਕ ਹੈ। 1833 ਤੋਂ ਇਹ ਸ਼ੁਰੂ ਹੁੰਦਾ ਦੌਰ, ਠੀਕ ਹੈ। ਤੁਸੀਂ ਦੋ ਐਕਟ ਪਹਿਲਾਂ ਯਾਦ ਰੱਖਣੇ ਆ, ਹੁਣ ਅਗਲੇ ਐਕਟ ਕੀ ਚੱਲਣਗੇ, ਜਿੰਨੇ ਵੀ ਚੱਲਣਗੇ ਚਾਰਟਰ ਐਕਟ ਚੱਲਣਗੇ। ਇਹ 'ਚ ਕੀ ਕੀਤਾ ਗਿਆ ਜੀ, ਪਾਵਰ ਆ ਜਿਹੜੀ ਸੈਂਟਰਲਾਈਜੇਸ਼ਨ ਕੀਤੀ ਗਈ, ਪਾਵਰ ਨੂੰ ਸੈਂਟਰਲਾਈਜ਼ਡ ਕਰਨ ਦੀ ਕੋਸ਼ਿਸ਼ ਕੀਤੀ ਗਈ ਜੀ। ਮਤਲਬ ਇੱਕ ਹੱਥ ਦੇ ਵਿੱਚ ਪਾਵਰ ਦੇਣ ਦੀ ਕੋਸ਼ਿਸ਼ ਕੀਤੀ ਗਈ ਆ, ਇੱਕ ਜਗ੍ਹਾ ਤੇ ਜਿੰਨੀ ਪਾਵਰ ਸੀ ਇੱਕ ਜਗ੍ਹਾ ਤੇ। ਤਾਂ ਜਿਹੜਾ ਗਵਰਨਰ ਸੀ, ਗਵਰਨਰ ਜਨਰਲ ਆਫ ਇੰਡੀਆ ਬਣ ਗਿਆ ਜੀ। ਜਿਹੜਾ ਗਵਰਨਰ ਜਨਰਲ ਆਫ ਬੰਗਾਲ ਸੀ, ਉਹਨੂੰ ਗਵਰਨਰ ਜਨਰਲ ਆਫ ਇੰਡੀਆ ਬਣਾ ਦਿੱਤਾ ਗਿਆ। ਮੈਂ ਤੁਹਾਨੂੰ ਦੱਸਾਂ, ਪਹਿਲਾਂ ਗਵਰਨਰ ਆਫ ਬੰਗਾਲ ਸੀ, ਕਿਉਂਕਿ ਏਰੀਆ ਥੋੜ੍ਹਾ ਸੀ। ਅੰਗਰੇਜ਼ਾਂ ਨੇ ਲੜਾਈਆਂ ਲੜੀਆਂ, ਸਾਡੇ ਲੋਕਾਂ ਦੇ ਵਿੱਚੋਂ ਕਾਫੀ ਕਬਜ਼ੇ ਤੇ ਕਬਜ਼ਾ ਕਰ ਲਿਆ, ਸਾਡੇ ਏਰੀਏ ਦਾ, ਸਾਡੇ ਰਾਜਿਆਂ ਤੋਂ ਖੋਹ ਲਿਆ। ਤਾਂ ਜਿਵੇਂ ਜਿਵੇਂ ਉਹਨਾਂ ਨੇ ਐਕਸਪੈਂਡ ਕਰਦੇ ਗਏ, ਏਰੀਆ ਵਧਾਉਂਦੇ ਗਏ, ਉਵੇਂ ਉਵੇਂ ਉਹ ਜਿਹੜੀ ਪੋਜੀਸ਼ਨ ਸੀ, ਪੋਸਟ ਸੀ ਮੇਨ ਅਫਸਰ ਦੀ ਉਹਨਾਂ ਦੀ ਇੱਥੇ, ਉਹਨੂੰ ਚੇਂਜ ਕਰਦੇ ਗਏ। ਪਹਿਲਾਂ ਗਵਰਨਰ ਬੰਗਾਲ ਸੀ, ਫਿਰ ਗਵਰਨਰ ਜਨਰਲ ਆਫ ਬੰਗਾਲ ਕਰਤਾ, ਤੇ 1833 ਦੇ ਐਕਟ 'ਚ ਗਵਰਨਰ ਜਨਰਲ ਆਫ ਇੰਡੀਆ ਕਰਤਾ। ਇਹਦਾ ਕਾਰਨ ਇਹ ਸੀ ਕਿ ਇਕੱਲੇ ਇੱਕ ਜਗ੍ਹਾ ਨੂੰ, ਪੰਜਾਬ ਨੂੰ ਛੱਡ ਕੇ, ਮਹਾਰਾਜਾ ਰਣਜੀਤ ਸਿੰਘ ਦੇ ਖੇਤਰ ਨੂੰ ਛੱਡ ਕੇ, ਬਾਕੀ ਪੂਰੇ ਇੰਡੀਆ ਦੇ ਉੱਪਰ ਅੰਗਰੇਜ਼ਾਂ ਨੇ ਕਬਜ਼ਾ ਕਰ ਚੁੱਕੇ ਸੀਗੇ ਇਸ ਟਾਈਮ ਦੇ ਉੱਪਰ। ਇਸ ਕਰਕੇ ਉਹਦਾ ਨਾਮਕਰਨ ਤਾਂ ਜ਼ਰੂਰੀ ਸੀ, ਕਰਨਾ ਹੀ ਕਰਨਾ ਸੀ। ਤਾਂ ਉਹਨਾਂ ਨੇ ਫਿਰ ਕੀ ਕੀਤਾ, ਗਵਰਨਰ ਜਨਰਲ ਆਫ ਬੰਗਾਲ ਦੀ ਥਾਂ ਗਵਰਨਰ ਜਨਰਲ ਆਫ ਇੰਡੀਆ ਕਰਤਾ ਜੀ, ਠੀਕ ਹੈ। ਤੇ ਪਾਵਰ ਸਾਰੀ ਕਿਹਨੂੰ ਦੇਤੀ, ਗਵਰਨਰ ਜਨਰਲ ਆਫ ਇੰਡੀਆ ਦੇ ਹੱਥ 'ਚ ਸੰਪੂਰਨ ਪਾਵਰ ਦੇਤੀ, ਸੈਂਟਰਲਾਈਜ਼ ਕਰਤੀ। ਬਾਕੀ ਅਲੱਗ-ਅਲੱਗ ਸਟੇਟਾਂ ਦੇ ਗਵਰਨਰ ਲਾਤੇ ਜਿਹੜੇ ਉਹਦੇ ਅਧੀਨ ਸੀਗੇ, ਸਬੋਰਡੀਨੇਟ ਸੀ। ਅਗਲੀ ਗੱਲ, ਵਿਲੀਅਮ ਬੈਂਟਿੰਗ ਬਹੁਤ ਹੀ ਇੰਪੋਰਟੈਂਟ ਕਰੈਕਟਰ ਹੈ ਇਹ। ਜੇ ਆਪਾਂ ਇਹਨੂੰ ਹਿਸਟਰੀ 'ਚ ਵੀ ਲੈ ਕੇ ਜਾਂਦੇ ਹਾਂ ਤੇ ਕੌਨਸਟੀਟਿਊਸ਼ਨ ਦੇ ਵਿੱਚ ਵੀ ਲੈ ਜਾਂਦੇ ਹਾਂ, ਇਹ ਬੰਦੇ ਨੇ ਬਹੁਤ ਸਾਰੇ ਸੁਧਾਰ ਕੀਤੇ।
ਸਤੀ ਪ੍ਰਥਾ ਜਿਹੜਾ ਐਕਟ ਸੀ, ਠੱਗ ਐਕਟ ਸੀਗਾ, ਇਹਦੇ ਟਾਈਮ ਤੇ ਆਇਆ ਪਿਆ। ਇਹਨੇ ਇੰਡੀਆ ਦੇ ਲੋਕਾਂ ਨੂੰ ਬਹੁਤ ਸਾਰੀਆਂ ਦੇਣਾ ਦਿੱਤੀਆਂ ਨੇ। ਸਤੀ ਪ੍ਰਥਾ ਜਿਹੜਾ ਰੀਮੈਰਿਜ ਐਕਟ ਸੀਗਾ ਉਹ ਵੀ ਇਹ ਬੰਦੇ ਦੇ 1928 ਦੇ ਆਸੇ-ਪਾਸੇ ਇਹਨੇ ਲੈ ਕੇ ਆਇਆ। 1928 ਤੋਂ ਆਈ ਥਿੰਕ 1933 ਤੱਕ ਰਿਹਾ ਇਹ। ਤੇ ਇਹਨੇ ਬਹੁਤ ਸਾਰਾ ਸਮਾਜ ਸੁਧਾਰਕ ਕੰਮ ਕੀਤੇ। ਵਿਲੀਅਮ ਬੈਂਟਿੰਗ ਇਹ ਪਹਿਲਾ ਆਪਣਾ ਇੱਥੇ ਕੀ ਕੰਮ ਹੈ, ਇਹ ਪਹਿਲਾ ਗਵਰਨਰ ਜਨਰਲ ਆਫ ਇੰਡੀਆ ਜੀ। ਦੂਸਰਾ, ਇਹ ਐਡਮਿਨਿਸਟ੍ਰੇਟਿਵ ਬੋਡੀ ਬਣਾ ਦਿੱਤੀ ਗਈ ਜੀ ਇਸ ਐਕਟ ਦੇ ਅੰਡਰ। ਈਸਟ ਇੰਡੀਆ ਕੰਪਨੀ ਜਿਹਨੂੰ ਸਿਰਫ ਐਡਮਿਨਿਸਟ੍ਰੇਟਿਵ ਬੋਡੀ ਬਣਾਤੀ, ਉਹਨੂੰ ਹੁਣ ਵਪਾਰ ਦਾ ਕੰਮ ਪਾਸੇ ਕਰਤਾ ਵੀ ਤੁਸੀਂ ਵਪਾਰ ਨਹੀਂ, ਤੁਸੀਂ ਵਪਾਰਿਕ ਕੰਪਨੀ ਨਾ ਰਹਿ ਕੇ ਉਹ ਇੰਡੀਆ ਨੂੰ ਚਲਾਉਣ ਵਾਲੀ ਇੱਕ ਆਰਗੇਨਾਈਜੇਸ਼ਨ ਜਾਂ ਇੱਕ ਸਰਕਾਰ ਬਣ ਗਈ ਸੀ ਇਸ ਐਕਟ ਦੇ ਤਹਿਤ ਜੀ। ਠੀਕ ਹੈ। ਅੱਗੇ ਗਵਰਨਰ ਜਨਰਲ ਦੀ ਜਿਹੜੀ ਗਵਰਨਮੈਂਟ ਸੀ ਇਹਨੂੰ ਕੀ ਕਿਹਾ ਜਾਂਦਾ ਸੀ, ਗਵਰਨਮੈਂਟ ਆਫ ਇੰਡੀਆ। ਹੁਣ ਜਿਹੜੀ ਇਹ ਗਵਰਨਮੈਂਟ ਸੀ ਇਹਨੂੰ ਗਵਰਨਮੈਂਟ ਆਫ ਇੰਡੀਆ ਕਹਿਣਾ ਸ਼ੁਰੂ ਕਰਤਾ, ਜਿਵੇਂ ਆਪਾਂ ਕਹਿੰਦੇ ਆ ਇੰਡੀਅਨ ਗਵਰਨਮੈਂਟ ਆਫ ਇੰਡੀਆ ਕਹਿਣਾ ਸ਼ੁਰੂ ਕਰਤਾ। ਇੱਕ ਚੀਜ਼ ਹੋਰ, ਓਪਨ ਕੰਪੀਟੀਸ਼ਨ ਰੱਖ ਦਿੱਤਾ ਗਿਆ ਜੀ, ਓਪਨ ਕੰਪੀਟੀਸ਼ਨ ਰੱਖਤਾ। ਓਪਨ ਕੰਪੀਟੀਸ਼ਨ ਕਾਹਦੇ ਵਿੱਚ, UPSC ਦੇ ਵਿੱਚ। ਜਿਵੇਂ ਅੱਜ UPSC IAS ਅਫਸਰਾਂ ਦੀ ਲੈਂਦੇ ਆ ਨਾ, ਉਦੋਂ ICS ਅਫਸਰ ਹੁੰਦੇ ਸੀਗੇ। ਜਿੰਨੀਆਂ ਵੱਡੇ ਬਿਊਰੋਕਰੇਟਸ ਨੇ ਉਹਨਾਂ ਦਾ ਪੇਪਰ ਰੱਖ ਦਿੱਤਾ ਗਿਆ। ਕੋਈ ਵੀ ਐਗਜ਼ਾਮ ਮਤਲਬ ਵਿਅਕਤੀ ਐਗਜ਼ਾਮ ਪੇਪਰ ਦੇ ਸਕਦਾ ਸੀਗਾ, ਜਿਹੜਾ ਉਹ ਪੇਪਰ ਨੂੰ ਕੁਆਲੀਫਾਈ ਕਰਦਾ ਸੀ ਉਹਨੂੰ IAS ਅਫਸਰ ਬਣਾ IAS IPS ਜਿੰਨੇ ਵੀ ICS ਅਫਸਰ ਸੀ ਉਹਨਾਂ ਨੂੰ ਲਾਇਆ ਜਾਂਦਾ। ਓਪਨ ਕੰਪੀਟੀਸ਼ਨ ਦੀ ਇੰਟਰੋਡਿਊਸ ਕਦੋਂ ਹੋਇਆ, 1833 ਦੇ ਵਿੱਚ ਜੀ। ਅੱਗੇ ਆਪਣੇ ਕੋਲ ਆ ਜਾਂਦਾ ਅਗਲਾ ਨੈਕਸਟ ਐਕਟ ਆ ਗਿਆ ਜਿਹੜਾ ਚਾਰਟਰ ਐਕਟ 1853 ਜੀ। ਹੁਣ ਇਹ ਟਾਈਮ ਦੇ ਵਿੱਚ ਕਿਉਂਕਿ 1849 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਲਗਭਗ ਏਰੀਆ ਸੀਗਾ ਉਹ ਵੀ ਉਹਨਾਂ ਨੇ ਆਪਦੇ ਕਬਜ਼ੇ ਦੇ ਵਿੱਚ ਲੈ ਲਿਆ ਸੀਗਾ, ਕਿਉਂਕਿ 1839 ਤੱਕ ਉਹਨਾਂ ਦੀ ਡੈਥ ਹੋ ਗਈ ਸੀ ਮਹਾਰਾਜਾ ਰਣਜੀਤ ਸਿੰਘ ਦੀ। ਤਾਂ ਹੁਣ ਸੰਪੂਰਨ ਇੰਡੀਆ ਦੇ ਏਰੀਏ ਦੇ ਉੱਤੇ ਉਹਨਾਂ ਦਾ ਕਬਜ਼ਾ ਸੀ, ਤਾਂ ਉਹਨਾਂ ਨੇ ਇੱਕ ਚਾਰਟਰ ਐਕਟ ਲੈ ਕੇ ਆਂਦਾ ਸੀਗਾ 1853 ਜੀ। ਇਹਦੇ ਵਿੱਚ ਲੈਜਿਸਲੇਟਿਵ ਕੌਂਸਲ ਆ ਜਿਹੜੀ ਉਹ ਬਣਾਈ ਗਈ, ਮਤਲਬ ਕਾਨੂੰਨ ਬਣਾਉਣ ਦੇ ਲਈ ਇੱਕ ਸਭਾ ਬਣਾਈ ਗਈ, ਲੈਜਿਸਲੇਟਿਵ ਕੌਂਸਲ ਬਣਾਈ ਗਈ, ਜਿਹਨੂੰ ਕਿ ਮਿੰਨੀ ਪਾਰਲੀਮੈਂਟ ਕਿਹਾ ਜਾਂਦਾ ਸੀਗਾ। ਤਾਂ ਸਤਿੰਦਰ ਨਾਥ ਟੈਗੋਰ, ਇਹ ਸਤਿੰਦਰ ਨਾਥ ਟੈਗੋਰ ਆ ਜਿਹੜਾ ਇਹ ਉਹੀ ਰਵਿੰਦਰ ਨਾਥ ਟੈਗੋਰ ਦੀ ਫੈਮਿਲੀ ਦੇ ਵਿੱਚੋਂ ਹੀ ਆ। ਇਹ ਰਵਿੰਦਰ ਨਾਥ ਟੈਗੋਰ ਦੀ ਜਿਹੜੀ ਫੈਮਿਲੀ ਸੀ ਇਹਦੇ ਵਿੱਚ ਲਗਭਗ ਇਹਦੇ ਫਾਦਰ ਵਰਗੇ ਹੈ ਨਾ, ਉਹ ਵੀ 4-5 ਭਰਾ ਸੀ, ਤੇ ਰਵਿੰਦਰ ਨਾਥ ਟੈਗੋਰ ਵਰਗੇ ਵੀ ਆਪ 8-9 ਭਰਾ ਭੈਣ ਸੀਗੇ ਇਹ ਹੈ ਨਾ, ਤੇ ਸਾਰੇ ਦੇ ਸਾਰੇ ਟੈਲੈਂਟਡ ਹੀ ਸੀਗੇ ਕਿਸੇ ਨਾ ਕਿਸੇ ਕਲਾ ਦੇ ਵਿੱਚ। ਇਹਨੇ ਸਿਵਲ ਸਰਵਿਸ ਜੁਆਇਨ ਕੀਤੀ, ਸਿਵਲ ਸਰਵੈਂਟ ਸੀਗਾ ਸਤਿੰਦਰ ਨਾਥ ਟੈਗੋਰ। ਪਹਿਲਾ ਸਿਵਲ ਸਰਵੈਂਟ ਜਿਹੜਾ ਇੰਡੀਆ ਦਾ ਬਣਿਆ ਕੌਣ ਸੀਗਾ, ਸਤਿੰਦਰ ਨਾਥ ਟੈਗੋਰ ਸੀਗਾ ਜੀ। ਠੀਕ ਹੈ, ਯਾਦ ਰੱਖਿਓ, ਇਹ ਵੀ ਇੱਕ ਕੁਐਸਚਨ ਬਣਨਾ ਆਬਜੈਕਟਿਵ ਟਾਈਪ। ਹੁਣ ਆਪਣੇ ਕੋਲ ਕੀ ਆ ਗਿਆ, ਅਗਲਾ ਐਕਟ ਆ ਗਿਆ ਹਾਂਜੀ ਹਾਂਜੀ ਗਵਰਨਮੈਂਟ ਆਫ ਇੰਡੀਆ ਐਕਟ। ਹੁਣ ਆਪਣੇ ਕੋਲ ਕਿਹੜਾ ਐਕਟ ਆ ਗਿਆ, ਗਵਰਨਮੈਂਟ ਆਫ ਇੰਡੀਆ ਐਕਟ ਆ ਗਿਆ। ਤੇ ਤੁਸੀਂ ਜਾਣਦੇ ਹੋ ਕਿ 1857 ਦੇ ਵਿੱਚ ਵਿਦਰੋਹ ਹੋਇਆ ਸੀਗਾ। ਠੀਕ ਹੈ, 1857 ਦਾ ਜਿਹੜਾ ਵਿਦਰੋਹ ਸੀ ਬਹੁਤ ਵੱਡੇ ਲੈਵਲ ਤੇ ਹੋਇਆ ਸੀ। ਕਈ ਤਾਂ ਇਹਨੂੰ ਫਸਟ ਇੰਡੀਪੈਂਡੈਂਟ ਵਾਰ ਵੀ ਬੋਲਦੇ ਨੇ। ਠੀਕ ਹੈ, ਤੇ ਇਹ ਵਾਰ ਦਾ ਕੀ ਨਤੀਜਾ ਨਿਕਲਿਆ ਕਿ ਇਸ ਵਾਰ ਦੇ ਬਹੁਤ ਪੋਜ਼ਿਟਿਵ ਤੇ ਨੈਗੇਟਿਵ ਰੋਲ ਨਿਕਲੇ। ਸਮਝ ਲੱਗੇ ਗੱਲ। ਪਰ ਆਪਣੇ ਦੇਖਿਆ ਜਾਵੇ ਤਾਂ ਹਿਸਟਰੀ ਦਾ ਇੱਕ ਟੌਪਿਕ ਹੈ ਇੱਕ, ਪਰ ਮੈਂ ਤੁਹਾਨੂੰ ਦੱਸਦਾ ਇਹਦਾ ਕੌਨਸਟੀਟਿਊਸ਼ਨ ਤੇ ਕੀ ਵੱਡਾ ਪ੍ਰਭਾਵ ਪਿਆ, ਇੰਡੀਆ ਦੀ ਪੋਲਿਟੀ ਤੇ ਕੀ ਅਸਰ ਪਿਆ। ਇੰਡੀਆ ਦੀ ਪੋਲਿਟੀ ਤੇ ਅਸਰ ਇਹ ਪਿਆ ਕਿ ਇਹਦੇ ਨਾਲ ਜਿਹੜਾ ਕੰਪਨੀ ਦਾ ਰਾਜ ਸੀਗਾ ਚੱਲ ਰਿਹਾ ਸੀ, ਜਿਹੜਾ ਕੰਪਨੀ ਦਾ ਰਾਜ 100 ਸਾਲ ਲਗਭਗ ਪਿੱਛੇ ਤੋਂ ਸਿੱਧਾ ਰਾਜ ਕਰ ਰਹੀ ਸੀ ਇੰਡੀਆ ਦੇ ਉੱਪਰ, ਉਹ ਖਤਮ ਹੋ ਗਿਆ ਜੀ। ਸਮਝ ਲੱਗੇ ਗੱਲ। ਤਾਂ ਇਹ 1858 ਦੇ ਐਕਟ ਦੇ ਵਿੱਚ ਹੁਣ ਕੰਪਨੀ ਨੂੰ ਖਤਮ ਕਰ ਦਿੱਤਾ ਗਿਆ, ਤੇ ਜਿਹੜਾ ਇੰਡੀਆ ਦਾ ਰਾਜ ਸਿੱਧਾ ਕਰਾਊਨ ਨੇ, ਮਹਾਰਾਣੀ ਨੇ ਆਪਣੇ ਹੱਥ 'ਚ ਲੈ ਲਿਆ। ਠੀਕ ਹੈ, ਤਾਂ ਐਕਟ ਦੀ ਦੇਖੋ ਮਿਊਟਨੀ, ਸਪੋਈ ਮਿਊਟਨੀ ਦੇ ਕਾਰਨ 1857 ਸ਼ੁਰੂ ਹੋਇਆ ਸੀਗਾ। ਇਹਨੂੰ ਗੁੱਡ ਗਵਰਨਮੈਂਟ ਐਕਟ ਵੀ ਕਿਹਾ ਜਾਂਦਾ। ਗੁੱਡ ਗਵਰਨਮੈਂਟ ਐਕਟ ਇਹਨੂੰ ਕਿਉਂ ਕਿਹਾ ਜਾਂਦਾ, ਕਿਉਂਕਿ ਪਹਿਲਾਂ ਇੱਕ ਕੰਪਨੀ ਸੀ ਪ੍ਰਾਈਵੇਟ ਜਿਹੜੀ ਇੰਡੀਆ ਲੋਕਾਂ ਤੇ ਰਾਜ ਕਰਦੀ ਸੀਗੀ, ਤੇ ਪ੍ਰਾਈਵੇਟ ਕੋਈ ਵੀ ਬੰਦਾ ਜਦੋਂ ਰਾਜ ਕਰਦਾ ਉਹ ਤੁਹਾਡਾ ਸ਼ੋਸ਼ਣ ਕਰਦਾ ਹੀ ਕਰਦਾ ਹੈ ਨਾ, ਐਕਸਪਲੋਇਟ ਕਰਦਾ। ਤੇ ਉਹਨੂੰ ਇਸ ਕਰਕੇ ਹੁਣ ਕਿਹਦੇ ਹੱਥ ਚਲਾ ਗਿਆ, ਮਹਾਰਾਣੀ ਦੇ ਹੱਥ ਚਲਾ ਗਿਆ ਜੀ। ਤਾਂ ਲੋਕਾਂ ਨੇ ਕੀ ਸੋਚਿਆ ਉਦੋਂ ਦੇ ਨੇ ਵੀ ਹੁਣ ਸਾਡਾ ਕੁਝ ਭਲਾ ਹੋਊਗਾ, ਸੁਧਾਰ ਹੋਊਗਾ ਜੀ। ਤਾਂ ਦੂਸਰਾ, ਈਸਟ ਇੰਡੀਆ ਕੰਪਨੀ ਨੂੰ ਅਬੋਲਿਸ਼ ਕਰ ਦਿੱਤਾ ਗਿਆ। ਵਾਇਸਰਾਏ ਆਫ ਇੰਡੀਆ,
ਹੁਣ ਇਸ ਤੋਂ ਬਾਅਦ 1858 ਐਕਟ ਦੇ ਵਿੱਚ ਜਿਹੜੀ ਪੋਜੀਸ਼ਨ ਸੀ ਹਨਾ ਗਵਰਨਰ ਜਨਰਲ ਆਫ ਇੰਡੀਆ ਦੀ, ਉਹ ਹੁਣ ਚੇਂਜ ਕਰਤੀ, ਉਹਦੀ ਥਾਂ ਤੇ ਵਾਇਸਰਾਏ ਆਫ ਇੰਡੀਆ ਬਣਾ ਦਿੱਤਾ ਗਿਆ, ਜਿਹੜਾ ਕਿ ਐਗਜ਼ੀਕਿਊਟਿਵ ਹੈੱਡ ਸੀਗਾ ਇੰਡੀਆ ਦਾ ਜੀ। ਤੇ ਲਾਸਟ ਗਵਰਨਰ ਜਨਰਲ ਆਫ ਇੰਡੀਆ ਤੇ ਫਸਟ ਵਾਇਸਰਾਏ ਆਫ ਇੰਡੀਆ, ਇਹ ਸਵਾਲ ਪੁੱਛੂਗਾ ਵੀ ਕੌਣ ਸੀਗਾ, ਤਾਂ ਇਹ ਸੀਗਾ ਜੀ ਲਾਰਡ ਕੈਨਿੰਗ। ਸਮਝ ਲੱਗੇ, ਲਾਰਡ ਕੈਨਿੰਗ। ਤੁਸੀਂ ਲਾਰਡ ਡਲਹੌਜੀ ਦਾ ਨਾਮ ਸੁਣਿਆ, ਉਹ ਜਿਹੜਾ ਲੈਪਸ ਦੀ ਨੀਤੀ ਲੈ ਕੇ ਆਇਆ ਸੀ, ਉਸੇ ਦੀ ਦੇਣ ਹੈ। ਠੀਕ ਹੈ, 49 ਤੋਂ ਲੈ ਕੇ 1856 ਤੱਕ ਉਹ ਗਵਰਨਰ ਜਨਰਲ ਆਫ ਇੰਡੀਆ ਰਿਹਾ। ਉਹਨੇ ਲੈਪਸ ਦੀ ਨੀਤੀ ਲਿਆਂਦੀ, ਬਹੁਤ ਸਾਰੇ ਐਸੇ ਮਤਲਬ ਜਿਹਦੇ ਨਾਲ ਲੋਕਾਂ ਦੇ ਵਿੱਚ ਰੋਸ ਪੈਦਾ ਹੋ ਗਿਆ, ਐਸੇ ਡਿਸੀਜਨ ਲਏ ਉਹਨੇ। ਤੇ ਉਸ ਤੋਂ ਬਾਅਦ ਫਿਰ 56 ਦੇ ਵਿੱਚ ਕਿਹਨੂੰ ਬਣਾਇਆ ਗਿਆ ਸੀ, ਲਾਰਡ ਕੈਨਿੰਗ ਨੂੰ ਗਵਰਨਰ ਜਨਰਲ ਆਫ ਇੰਡੀਆ ਬਣਾਇਆ ਗਿਆ। ਪਰ 58 ਦੇ ਐਕਟ ਬਣਨ ਨਾਲ ਇਹਨੂੰ ਗਵਰਨਰ ਜਨਰਲ ਦੀ ਬਜਾਏ ਇਹਦਾ ਨਾਂ ਫੇਰ ਬਦਲ ਗਿਆ ਵਾਇਸਰਾਏ ਆਫ ਇੰਡੀਆ। ਪਹਿਲਾ ਵਾਇਸਰਾਏ ਆਫ ਇੰਡੀਆ ਕੌਣ ਸੀ, ਕੈਨਿੰਗ ਜੀ। ਤੇ ਲਾਸਟ ਗਵਰਨਰ ਜਨਰਲ ਆਫ ਇੰਡੀਆ ਕੌਣ ਸੀ, ਕੈਨਿੰਗ। ਠੀਕ ਹੈ, ਅੱਗੇ ਆ ਜਾਓ। ਗਵਰਨਮੈਂਟ ਆਫ ਇੰਡੀਆ ਐਕਟ ਆ ਜਿਹੜਾ, ਇਹਨੇ ਕੀ ਕੀਤਾ, ਇੱਕ ਤਾਂ ਬੋਰਡ ਆਫ ਕੰਟਰੋਲ, ਠੀਕ ਹੈ, ਤੇ ਕੋਰਟ ਆਫ ਡਾਇਰੈਕਟਰਸ, ਇਹ ਬਣਿਆ ਹੋਇਆ ਸੀਗਾ। ਆਪਾਂ ਪਿਟਸਡੀ ਐਕਟ ਦੇ ਵਿੱਚ ਗੱਲ ਕੀਤੀ ਸੀਗੀ, ਇਹਨੂੰ ਹੁਣ ਸਸਪੈਂਡ ਕਰਤਾ, ਖਤਮ ਕਰਤਾ ਜੀ। ਠੀਕ ਹੈ, ਤੇ ਨਵੀਂ ਇੱਕ ਪੋਸਟ ਕ੍ਰੀਏਟ ਕੀਤੀ ਗਈ, ਜਿਹਨੂੰ ਕੀ ਕਹਿੰਦੇ ਸੀ ਆਪਾਂ, ਸੈਕਟਰੀ ਆਫ ਸਟੇਟ। ਇੰਡੀਆ ਦੇ ਵਿੱਚ ਇੱਕ ਤਾਂ ਵਾਇਸਰਾਏ ਸੀਗਾ ਗਵਰਨਰ ਜਨਰਲ ਦੀ ਪੋਜੀਸ਼ਨ ਲਈ, ਇੱਕ ਨਵੀਂ ਪੋਸਟ ਸੈਕਟਰੀ ਦੀ ਕ੍ਰੀਏਟ ਕੀਤੀ ਗਈ। ਇਹ ਜਿਹੜਾ ਸੈਕਟਰੀ ਸੀਗਾ ਨਾ, ਇਹ ਸੈਕਟਰੀ ਇੱਕ ਉੱਥੇ ਮਿਨਿਸਟਰੀ ਕ੍ਰੀਏਟ ਕੀਤੀ ਗਈ ਇੰਗਲੈਂਡ ਦੇ ਵਿੱਚ। ਠੀਕ ਹੈ, ਇੰਡੀਅਨ ਅਫੇਅਰ ਮਿਨਿਸਟਰੀ, ਜਿਹੜਾ ਉਹ ਇੰਡੀਅਨ ਅਫੇਅਰ ਮਿਨਿਸਟਰੀ ਦਾ ਮੰਤਰੀ ਸੀਗਾ, ਮਿਨਿਸਟਰ ਹੁੰਦਾ ਸੀ, ਉਹੀ ਸੈਕਟਰੀ ਆਫ ਸਟੇਟ ਇੰਡੀਆ ਦੇ ਵਿੱਚ ਉਹਨੂੰ ਬਣਾਇਆ ਜਾਂਦਾ ਸੀ। ਉਹ ਇੰਡੀਆ ਦੇ ਸਾਰਾ ਜਿਹੜਾ ਅਫੇਅਰ ਸੀ ਉਹ ਦੇਖਦਾ ਸੀਗਾ, ਤੇ ਪਾਰਲੀਮੈਂਟ ਦੇ ਵਿੱਚ ਜਵਾਬਦੇਹ ਸੀਗਾ ਉਹ ਇੰਗਲੈਂਡ ਦੇ ਵਿੱਚ। ਠੀਕ ਹੈ, ਹਾਂਜੀ, ਇਹਦੇ ਵਿੱਚ ਕੀ ਹੈ, ਇੱਕ ਤਾਂ ਯੂਨੈਟਰੀ ਕਰ ਦਿੱਤਾ ਗਿਆ ਐਡਮਿਨਿਸਟ੍ਰੇਸ਼ਨ, ਠੀਕ ਹੈ, ਤੇ ਰਿਜਿਡਲੀ ਕਰ ਦਿੱਤਾ ਗਿਆ, ਸੈਂਟਰਲਾਈਜ਼ਡ ਕੀਤਾ ਗਿਆ ਜੀ ਇਹਨੂੰ। ਠੀਕ ਹੈ, ਅੱਗੇ ਆ ਜਾਂਦਾ ਜਿਹੜੀ ਲੈਜਿਸਲੇਟਿਵ ਪਾਵਰ ਸੀ, ਐਗਜ਼ੀਕਿਊਟਿਵ ਪਾਵਰ ਸੀ, ਸਿਵਲ ਐਂਡ ਮਿਲਟਰੀ ਪਾਵਰ ਸੀਗੀ। ਠੀਕ ਹੈ, ਉਹ ਗਵਰਨਰ ਜਨਰਲ ਦੇ ਵਿੱਚ ਜਿਹੜੀ ਵੈਸਟ ਕੀਤੀ ਗਈ ਸੀ, ਇੰਡੀਆ ਦੀ ਕੌਂਸਲ ਨੂੰ ਦਿੱਤੀ ਗਈ ਜੀ। ਠੀਕ ਹੈ, ਮਤਲਬ ਵਾਇਸਰਾਏ ਨੂੰ ਇਹ ਪਾਵਰ ਦਿੱਤੀ ਗਈ ਹੈ, ਤੇ ਵਾਇਸਰਾਏ ਜਵਾਬਦੇਹ ਕਿਹਨੂੰ ਸੀਗਾ, ਸਟੇਟ ਨੂੰ ਜਵਾਬਦੇਹ ਸੀਗਾ ਵਾਇਸਰਾਏ, ਕਿਸੇ ਵੀ ਇਹਨਾਂ ਚੋਂ ਐਕਟੀਵਿਟੀ ਕਰਦਾ ਉਹ ਲੈਜਿਸਲੇਟਿਵ ਜਾਂ ਐਗਜ਼ੀਕਿਊਟਿਵ। ਤੇ ਸੈਕਟਰੀ ਆਫ ਸਟੇਟ ਕਿਹਨੂੰ ਜਵਾਬਦੇਹ ਸੀਗਾ, ਇਹ ਉੱਥੋਂ ਦੇ ਕਰਾਊਨ ਨੂੰ ਜਵਾਬਦੇਹ ਸੀਗਾ, ਇੰਗਲੈਂਡ ਦੇ ਨੂੰ। ਠੀਕ ਹੈ, ਹਾਂਜੀ। ਅੱਗੇ ਆਪਣੇ ਕੋਲ ਆ ਜਾਂਦਾ ਇੰਡੀਅਨ ਕਾਉਂਸਲ। ਹੁਣ ਇਸ ਤੋਂ ਪਹਿਲਾਂ ਆਪਾਂ ਜਿਹੜੇ ਕਿ ਐਕਟ ਕੀਤੇ ਨੇ, ਠੀਕ ਹੈ, ਉਹ ਆਪਾਂ ਕਰ ਚੁੱਕੇ ਹਾਂ, ਚਾਰਟਰ ਐਕਟ, ਤੇ ਹੁਣ ਆਪਾਂ ਕਰਨਾ ਇੰਡੀਅਨ ਕਾਉਂਸਲ ਐਕਟ 1861 ਜੀ। ਠੀਕ ਹੈ ਪਿਆਰੇ ਬੱਚਿਓ, ਆਪਣਾ ਇਹ ਜਿਹੜਾ ਲੈਕਚਰ ਸੀਗਾ ਇਹ ਕੰਟੀਨਿਊ ਅੱਗੇ ਤੱਕ ਚੱਲਦਾ ਰਹੂਗਾ। ਤੇ ਜਿਵੇਂ ਤੁਹਾਨੂੰ ਜੇ ਵਧੀਆ ਲੱਗਦਾ ਤੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ, ਸ਼ੇਅਰ ਕਰਿਓ, ਲਾਈਕ ਕਰਿਓ, ਤੇ ਜੇ ਕੁਝ ਹੋਰ ਤੁਸੀਂ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਵੀ ਭੇਜਿਓ ਜੀ। ਨੈਕਸਟ ਲੈਕਚਰ ਆਪਣਾ ਅੱਗੇ ਤੋਂ ਕੰਟੀਨਿਊ ਰਹਿਣਾ ਜੀ। ਓਕੇ, ਥੈਂਕ ਯੂ।